ਚੱਕਣ ਤੋਂ ਪਹਿਲਾਂ ਕਹਿੰਦੇ ਸੀਗੇ ਥਾਣੇ 'ਚ ਤੈਨੂੰ ਮਿਲਾਉਣਾ, ਇਹੀ ਬਸ ਪੁੱਛਣਾ ਸੀ ਕੰਮ ਕੀ ਕਰਦਾ ਤੂੰ, ਇਹੀ ਦੱਸਣਾ। ਉੱਥੇ ਜਾ ਕੇ ਮੈਨੂੰ ਕਹਿਣ ਲੱਗ ਪਏ ਨਕੋਦਰ ਦੀ ਕੋਈ ਚੋਰੀ ਹੈ ਜੀ, ਕੋਈ ਹੋਈ, ਉਹ ਦੱਸ ਕਿਹਨੇ ਕੀਤੀ ਆ। ਕਹਿੰਦੇ 20 ਲੱਖ ਦੀ ਚੋਰੀ ਕੀਤੀ ਤੂੰ, ਉਹ ਪੈਸੇ ਦੇ ਸਾਨੂੰ। ਮੈਂ ਉਹਨਾਂ ਨੂੰ ਕਿਹਾ ਮੈਂ ਕੀਤੀ ਨਹੀਂ ਚੋਰੀ, ਮੈਂ ਕੀਤੀ ਨਹੀਂ। ਮੈਂ ਸਾਰਾ ਰੋਂਦਾ ਰਿਹਾ, ਉੱਥੇ ਪਿੱਟਦਾ ਰਿਹਾ, ਤਾਂ ਵੀ ਨਹੀਂ ਮੇਰੀ ਸੁਣੀ ਗਈ ਜੀ। ਕਿਉਂ ਮਾਰ ਰਹੇ ਸੀ? ਗੱਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਸੀਂ ਮੰਨ ਜਾਓ ਜਾਂ ਕੋਈ ਹੋਰ ਕਾਰਨ? ਜ਼ਬਰਦਸਤੀ ਮਨਾ ਰਹੇ ਸੀਗੇ ਜੀ। 20 ਲੱਖ ਰੁਪਏ ਦੀ ਚੋਰੀ ਮੰਨ ਜੀ। 40,000 ਰੁਪਇਆ ਮੰਗਦੇ ਸੀਗੇ ਜੀ। 40 ਦੇ ਛੱਡ ਦਿੰਦੇ ਆ ਜੀ। ਪਰ ਐਸਓ ਸਾਹਿਬ ਨੇ ਨਹੀਂ ਮੈਨੂੰ ਮਿਲਾਇਆ ਗਿਆ ਜੀ। ਇਹ ਸਿੱਧਾ ਉਹ ਕਮਰੇ 'ਚ ਰਹਿ ਕੇ ਗੈਸਟ ਰੂਮ 'ਚ ਜੀ ਮੈਨੂੰ ਆਪਣਾ ਬਕਾਇਦਾ ਨਾਲ ਦੇ ਕਮਰੇ 'ਚ ਜਾ ਕੇ ਡਾਂਗਾ ਮਾਰੀਆਂ ਉਹਨਾਂ ਨੇ। 2 ਉੱਥੇ ਦੇ ਆ GRP ਗੈਸਟ ਰੂਮ ਆ ਜੀ, ਉੱਥੇ ਮੈਨੂੰ ਕੁੱਟਿਆ ਗਿਆ। ਉੱਥੇ ਡਾਂਗਾ ਡੂੰਗਾ ਮਾਰੀਆਂ, ਪੈਰਾਂ 'ਤੇ ਲੰਮੇ ਪਾ ਕੇ ਬੰਨ੍ਹ ਕੇ, ਤਾਂ ਨਾਲ ਹੀ ਉਹ ਥਾਣੇ 'ਚ ਮੈਨੂੰ ਲੈ ਦੇ ਦਿੱਤਾ ਉਹਨਾਂ ਨੇ। ਜੇਲ੍ਹ ਜਾ ਕੇ ਵੀ ਜਦੋਂ ਮੁਲਾਜ਼ਾ ਹੋਇਆ ਉਹਨਾਂ ਨੂੰ ਵੀ ਮੈਂ ਕਿਹਾ ਸਰ ਜੀ ਮੇਰੇ ਇੱਦਾਂ ਸੱਟ ਲੱਗੀ। ਉਹ ਕਹਿੰਦੇ ਇੱਥੇ ਨਹੀਂ ਸੱਟਾਂ ਸੁੱਟਾਂ ਦੇਖੀਆਂ ਜਾਂਦੀਆਂ। ਹਲਚਲ ਟੂਡੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ। ਅਕਸਰ ਪੰਜਾਬ ਦੀ ਪੁਲਿਸ ਜਿਹੜੀ ਉਹ ਵਿਵਾਦਾਂ ਦੇ ਵਿੱਚ ਘਿਰੀ ਰਹਿੰਦੀ ਹੈ। ਚਾਹੇ ਕਦੀ ਥਾਣੇ ਦੇ ਵਿੱਚੋਂ ਫੋਨ ਮਿਲ ਜਾਣ, ਚਾਹੇ ਕਿਸੇ ਜੇਲ੍ਹ ਦੇ ਵਿੱਚ ਕੋਈ ਅਪਰਾਧੀ ਆਪਸ ਦੇ ਵਿੱਚ ਲੜ ਪੈਣ, ਜਾਂ ਕੋਈ ਹੋਰ ਕਾਰਨਾਂ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਹੈ ਤੇ ਅਕਸਰ ਮੀਡੀਆ ਦੀ ਸੁਰਖੀਆਂ ਦੇ ਵਿੱਚ ਰਹਿੰਦੀ ਬਣੀ। ਤੇ ਉਸੇ ਚੀਜ਼ ਨੂੰ ਲੈ ਕੇ ਹੁਣ ਜਲੰਧਰ ਪੁਲਿਸ ਮੈਂ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਕਿ ਅਸੀਂ 4 ਜਨਵਰੀ 2021 ਨੂੰ ਵੀ ਆਪਣੇ ਮਾਧਿਅਮ ਰਾਹੀਂ ਇਹ ਗੱਲ ਰੱਖੀ ਸੀ ਕਿ 6 ਨੰਬਰ ਥਾਣਾ ਜਲੰਧਰ ਦਾ ਵਿਵਾਦਾਂ ਦੇ ਵਿੱਚ 3 ਮੁੰਡਿਆਂ ਦੀ ਗੱਲ ਕੀਤੀ ਗਈ ਸੀ। ਉਹਨਾਂ ਦੇ ਪਰਿਵਾਰ ਵੱਲੋਂ ਰਾਤ 10:30 ਦੇ ਕਰੀਬ ਜਿਹੜਾ ਥਾਣੇ ਨੂੰ ਘੇਰਿਆ ਗਿਆ ਸੀਗਾ। ਬਾਰ-ਬਾਰ ਇੱਕੋ ਗੱਲ ਰੱਖੀ ਜਾ ਰਹੀ ਸੀ ਕਿ ਸਾਡੇ ਮੁੰਡੇ ਜਿਹੜੇ ਨੇ ਉਹ 24 ਘੰਟੇ ਹੋ ਗਏ ਨੇ ਹਜੇ ਤੱਕ ਲਾਪਤਾ ਨੇ, ਪੁਲਿਸ ਹਜੇ ਤੱਕ ਦੱਸ ਨਹੀਂ ਰਹੀ। ਜਦ ਕਿ ਥਾਣਾ 6 ਦੇ ਜਿਹੜੇ SHO ਸਾਹਿਬ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਮੁੰਡੇ ਨਹੀਂ ਚੱਕੇ, ਸਾਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ। ਪਰ ਸਭ ਤੋਂ ਵੱਡਾ ਸਵਾਲ ਉਦੋਂ ਵੀ ਖੜਾ ਹੁੰਦਾ ਸੀਗਾ 6 ਨੰਬਰ ਥਾਣੇ ਦੇ SHO ਸਾਹਿਬ ਤੇ ਕਿ ਜੇ ਮੁੰਡੇ ਚੱਕੇ ਨਹੀਂ ਗਏ ਤੇ ਫਿਰ ਮੁੰਡਿਆਂ ਨੇ ਕਿਉਂ ਕਿਹਾ ਕਿ ਇਹ ਸਾਨੂੰ 6 ਨੰਬਰ ਥਾਣੇ ਵਾਲੇ ਚੱਕ ਕੇ ਲਿਆਏ ਨੇ। ਫਿਰ ਉਸ ਤੋਂ ਬਾਅਦ ਹੁਣ ਜਿਹੜੀ ਚੀਜ਼ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਇਹ ਕਲੀਅਰ ਕਰ ਦਿੰਦੀ ਹੈ ਕਿ 6 ਨੰਬਰ ਥਾਣੇ ਦੇ SHO ਸਾਹਿਬ ਮੀਡੀਆ ਸਾਹਮਣੇ ਵੀ ਇਹ ਗੱਲ ਝੂਠ ਬੋਲ ਰਹੇ ਸੀਗੇ। ਇਹ ਮੈਂ ਕਹਿਣ ਤੋਂ ਝਿਜਕਾਵਾਂਗੀ ਨਹੀਂ ਕਿ ਥਾਣੇ ਜਿਹੜੇ SHO ਸਾਹਿਬ ਸੀ ਉਹਨਾਂ ਨੇ ਝੂਠ ਨਹੀਂ ਬੋਲਿਆ। ਸਾਡੇ ਕੋਲ ਔਨ ਰਿਕਾਰਡ 4 ਜਨਵਰੀ ਦਾ ਵੀ ਹੈ ਕਿ 3 ਜਨਵਰੀ ਦੇ ਮੁੰਡੇ ਚੱਕੇ ਹੋਣ, ਉਹ ਲੱਭਣ ਨਾ, ਤੇ ਜਦੋਂ ਘਰ ਦੇ ਉਸ ਚੀਜ਼ ਦਾ ਰੋਲਾ ਪਾਉਂਦੇ ਨੇ ਤੇ ਉਹਨਾਂ ਨੂੰ SHO ਸਾਹਿਬ ਵੱਲੋਂ ਕਿਹਾ ਜਾਂਦਾ ਕਿ ਅਸੀਂ ਨਹੀਂ ਚੱਕੇ ਸੀ, ਤੁਹਾਡੀ ਹੈਲਪ ਕਰ ਰਹੇ ਹਾਂ, ਅਸੀਂ ਵੀ ਉਹਨਾਂ ਨੂੰ ਲੱਭਣ ਦੇ ਵਿੱਚ ਤੁਹਾਨੂੰ ਕੋਸ਼ਿਸ਼ ਜਿਹੜਾ ਸੰਯੋਗ ਆ ਉਹ ਜ਼ਰੂਰ ਦੇਵਾਂਗੇ। ਉਸ ਤੋਂ ਬਾਅਦ ਜਦੋਂ ਮੁੰਡੇ ਮਿਲਦੇ ਨੇ ਤੇ ਉਹ ਰੇਲਵੇ ਸਟੇਸ਼ਨ ਦੇ ਥਾਣੇ ਤੋਂ ਮਿਲਦੇ ਨੇ। ਰੇਲਵੇ ਸਟੇਸ਼ਨ ਦੇ ਥਾਣੇ ਤੋਂ ਮਿਲਣ ਤੋਂ ਬਾਅਦ ਉੱਥੇ ਪੁਲਿਸ ਉਹਨਾਂ ਕੋਲ ਜ਼ਬਰਦਸਤੀ ਕਹਾਉਂਦੀ ਹੈ ਕਿ ਅਸੀਂ ਅੱਜ ਹੀ ਮੁੰਡਿਆਂ ਨੂੰ ਚੱਕ ਕੇ ਲਿਆਏ, ਜਦਕਿ ਉੱਥੇ ਜਿਹੜੇ ਮੁਜਰਿਮ ਨੇ ਜਿਨ੍ਹਾਂ ਨੂੰ ਫੜਿਆ ਗਿਆ ਮੁੰਡਿਆਂ ਨੂੰ, ਉਹ ਆਪ ਕਹਿ ਰਹੇ ਨੇ ਆਪਣੇ ਸ਼ਬਦਾਂ ਦੇ ਵਿੱਚ ਕਿ ਸਾਨੂੰ ਪੁਲਿਸ 3 ਜਨਵਰੀ ਦਾ ਚੱਕ ਕੇ ਲਿਆਈ ਹੋਈ ਹੈ ਤੇ ਤੁਹਾਨੂੰ ਹੁਣ ਮਿਲਾ ਰਹੀ ਹੈ। ਸੋ ਬਾਕੀ ਹੱਡ ਬੀਤੀ ਜਿਹੜੀ ਹੈ ਉਹ ਸਾਰਾ ਬਿਆਨ ਜਿਹੜਾ ਉਹਨਾਂ ਦੇ ਵਿੱਚੋਂ 3 ਮੁੰਡੇ ਚੱਕੇ ਗਏ ਸੀ ਜਲੰਧਰ ਤੋਂ, ਆਬਾਦਪੁਰੇ ਤੋਂ। ਸੋ ਉਹਨਾਂ 'ਚੋਂ ਇੱਕ ਮੁੰਡਾ ਜਿਹੜਾ ਉਹਨੇ ਕੋਸ਼ਿਸ਼ ਕੀਤੀ ਹੈ ਕਿ ਮੇਰੇ ਨਾਲ ਇਹ ਚੀਜ਼ ਹੋਈ ਹੈ, ਕਿਸੇ ਹੋਰ ਨਾਲ ਨਾ ਹੋਵੇ। ਪੁਲਿਸ ਕਿਵੇਂ ਜਾਤੀ ਕਰਦੀ ਹੈ, ਸੋ ਉਹ ਜਿਹੜੀ ਹੱਡ ਬੀਤੀ ਹੈ ਭੀਮਾ ਸਾਡੇ ਨਾਲ ਜਿਹੜੀ ਸਾਂਝੀ ਕਰਨ ਦੇ ਲਈ ਪੂਰਨ ਤੌਰ 'ਤੇ ਸਾਡੇ ਨਾਲ ਬੈਠੇ ਨੇ। ਅਸੀਂ ਉਹਨਾਂ ਨੂੰ ਗੱਲਬਾਤ ਜਿਹੜੀ ਆ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਭੀਮਾ ਜੀ, ਪਹਿਲਾਂ ਤਾਂ ਅਸੀਂ ਵੀ ਤੁਹਾਡਾ ਵੈਲਕਮ ਹੀ ਕਰਦੇ ਹਾਂ ਕਿ ਤੁਸੀਂ ਕੋਸ਼ਿਸ਼ ਕੀਤੀ ਕਿ ਸੱਚ ਨੂੰ ਲੋਕਾਂ ਸਾਹਮਣੇ ਦੱਸਿਆ ਜਾ ਸਕੇ ਤਾਂ ਕਿ ਕਿਸੇ ਹੋਰ ਦੇ ਨਾਲ ਵੀ ਬੇਕਸੂਰ ਦੇ ਨਾਲ ਇਹੋ ਜਿਹੀ ਚੀਜ਼ ਜਿਹੜੀ ਉਹ ਨਾ ਵਾਪਰੇ। ਇਹ ਕਿਵੇਂ, ਤੁਹਾਨੂੰ ਕਿਉਂ ਚੱਕਿਆ ਸੀਗਾ? ਪਹਿਲਾਂ ਤਾਂ ਇਹ ਹੀ ਆ ਕਿ ਕਿਉਂ ਚੱਕਿਆ ਸੀਗਾ, ਤੇ ਪਹਿਲਾਂ ਇਸ ਤੋਂ ਪਹਿਲਾਂ ਕੋਈ ਤੁਹਾਡੇ ਤੇ ਪਰਚਾ ਹੋਵੇ ਜਾਂ ਕੋਈ ਕੇਸ ਮੁਕੱਦਮਾ ਹੋਵੇ ਕਿ ਜਿਹਦੇ ਕਰਕੇ ਚੱਕਿਆ ਹੋਵੇ ਤੁਹਾਨੂੰ? ਮੈਂ ਮੋਟਰਸਾਈਕਲ ਖਰੀਦਿਆ ਸੀਗਾ ਜੀ, ਜਾਮਾ ਮੋਟਰਸਾਈਕਲ ਸੀਗਾ, ਲਵਲੀ ਆਟੋ ਤੋਂ ਖਰੀਦਿਆ ਸੀਗਾ। ਉਹ ਨਿਕਲਿਆ ਸੀਗਾ ਜੀ ਚੋਰੀ ਦਾ। ਉਹ ਮੈਨੂੰ ਲੈ ਗਈ ਪੁਲਿਸ, ਚੱਕ ਕੇ 4 ਨੰਬਰ ਦੀ ਥਾਣੇ ਦੇ ਵਿੱਚ। ਇੱਕ ਦਿਨ ਨਾਕੇ ਤੇ ਰੋਕਿਆ, ਥਾਣੇ 'ਤੇ ਲੈ ਗਈ। ਉਹ ਨਿਕਲਿਆ ਮੋਟਰਸਾਈਕਲ ਚੋਰੀ ਦਾ ਸੀਗਾ ਜੀ। ਕਾਗਜ਼ ਪੱਤਰ ਕਿਸੇ ਦੇ ਨਾਂ 'ਤੇ ਬੋਲਦੇ, ਮੇਰੇ ਸੀਗਾ ਐਫੀਡੇਵਿਟ ਵੀ ਮੇਰੇ ਕੋਲ ਹੈਗੀ ਆ, ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ। ਤਾਂ ਉਹ ਪਰਚਾ ਮੇਰੇ 'ਤੇ ਪਾਤਾ, ਬਸ ਸੁਣੀ ਨਹੀਂ ਗਈ। ਮੇਰੇ 'ਤੇ ਚੋਰੀ ਦਾ ਕਹਿੰਦੇ, ਚੋਰੀ ਦਾ ਵਾ ਜੀ ਇਹ। ਉਸ ਤੋਂ ਬਾਅਦ ਇੱਕ ਪਰਚਾ ਹੋਰ ਦਰਜ ਹੋਇਆ ਸੀਗਾ 452 ਦਾ। ਉਹ 'ਚ ਵੀ ਮੈਨੂੰ ਇਹਨਾਂ ਨੇ ਨਜਾਇਜ਼ ਝੂਠਾ ਪਾਇਆ ਸੀਗਾ ਜੀ ਪਰਚਾ। ਕੋਈ ਇੱਡੀ ਗੱਲ ਨਹੀਂ ਸੀਗੀ, 5 ਸਾਲ ਪਹਿਲਾਂ ਦਾ ਸੀਗਾ ਜੀ ਉਹ ਜਾਮੇ ਜਿਹੜਾ 2000। ਬਹੁਤ ਸਾਰੇ ਸਵਾਲ ਖੜੇ ਹੋ ਜਾਣਗੇ ਭੀਮਾ ਜੀ ਤੁਹਾਡੇ ਤੇ ਵੀ ਇਸ ਗੱਲ ਨੂੰ ਲੈ ਕੇ ਕਿ ਅਕਸਰ ਪੁਲਿਸ ਤੁਹਾਡੇ ਤੇ ਕਿਉਂ ਇਹ ਚੀਜ਼ ਪਾਉਂਦੀ ਹੈ। ਕੋਈ ਪਰਸਨਲ ਰੰਜਿਸ਼ ਤਾਂ ਪੁਲਿਸ ਦੀ ਕਿਸੇ ਦੇ ਨਾਲ ਹੁੰਦੀ ਨਹੀਂ, ਜਾਂ ਤੁਸੀਂ ਕੋਈ ਕਾਰਨ ਤਾਂ ਹੋ ਨਹੀਂ ਸਕਦਾ। ਕੋਈ ਹੋਰ ਕਾਰਨ ਇਸ ਨੂੰ ਮੰਨਦੇ ਹੋਵੋ, ਜਾਂ ਤੁਸੀਂ, ਜਾਂ ਕੋਈ ਹੋਰ ਕਾਰਨ ਹੋਵੇ ਕਿ ਜਿਹੜਾ ਪੁਲਿਸ ਤੁਹਾਨੂੰ ਟਾਰਗੇਟ ਕਰਦੀ, ਜਾਂ ਕੋਈ ਹੋਰ ਕਾਰਨ, ਜਾਂ ਤੁਹਾਡੇ ਸਾਹਮਣੇ ਪੁਲਿਸ ਨੇ ਕੋਈ ਗੱਲ ਕੀਤੀ ਹੋਵੇ ਕਿ ਕਿਸੇ ਦਾ ਕੇਸ ਇਹਦੇ ਤੇ ਪਾ ਦੇਣਾ, ਜਾਂ ਕੋਈ ਹੋਰ ਗੱਲ ਕੋਈ ਇੱਦਾਂ ਦੀ ਹੋਈ ਹੋਵੇ ਥਾਣੇ ਦੇ ਵਿੱਚ?
ਕੋਈ ਲਾਗਤਬਾਜੀ ਨਾਲ ਸ਼ਾਇਦ ਕਰਾਉਂਦਾ ਹੋਵੇ। ਮੇਰੇ ਨਾਲ ਤਾਂ ਇਹੀ ਗੱਲ ਹੋਈ ਉਹਨਾਂ ਦੀ, ਕਹਿੰਦੇ ਜਿਹੜਾ ਇੱਕ ਵਾਰੀ ਸਜ਼ਾ ਦੇ ਵਿੱਚ ਜਿਹੜਾ ਸਾਡੇ ਕੋਲ ਰਿਕਾਰਡ ਆ ਜਾਂਦਾ ਵਾ ਅਸੀਂ ਉਹਦੀ ਛਾਣਬੀਨ ਕਰਦੇ ਹੁੰਨੇ ਆ। ਉਹਦੇ 'ਚ ਜਿਹੜਾ ਮੇਰੇ 2009 ਦਾ ਪਰਚਾ ਸੀਗਾ ਉਹ ਚਲੋ ਮੈਨੂੰ ਸਜ਼ਾ ਹੋਈ ਸੀ, ਕਹਿੰਦੇ ਉਹ ਤੋਂ ਮੁਜਰਮ ਆ ਸਾਡਾ ਪਰਚਾ ਦਰਜ ਹੋਇਆ, ਉਹਦੇ 'ਚ ਅਸੀਂ ਛਾਣਬੀਨ ਕਰਨ ਆਣੀ ਆ ਤੇਰੇ ਕੋਲ। ਪਰ 1 ਮਹੀਨੇ ਦੇ ਵਿੱਚ ਮੇਰੇ ਕੋਲ 5-5 ਵਾਰੀ ਆਂਦੇ, 6-6 ਵਾਰੀ ਅਸੀਂ ਲਿਖ ਕੇ ਵੀ ਦਿੱਤਾ ਸੀਗਾ ਜੀ। ਕੌਂਸਲਰ ਸਾਹਿਬ ਕੋ ਕੰਮ ਕਰਦਾ ਉਹਨਾਂ ਨੇ ਲਿਖ ਕੇ ਦਿੱਤਾ ਸੀਗਾ, ਤਾਂ ਵੀ ਨਹੀਂ ਉਹਨਾਂ ਦੀ ਵੀ ਸੁਣੀ ਗਈ। 15 ਦਿਨਾਂ ਬਾਅਦ ਫੇਰ ਸ਼ੁਰੂ ਹੋ ਗਏ ਆਣੇ ਜੀ। ਕਸ਼ਮੀਰਾ ਸਿੰਘ ਜੀ ਕਿਉਂ ਆ ਰਹੇ ਸੀਗੇ? ਆਹੀ ਵੀ ਦੱਸ ਕੰਮ ਕੀ ਕਰਦਾ ਤੂੰ, ਕੀ ਕਰਦਾ, ਕਿੱਥੇ ਰਹਿਣਾ, ਕਿੱਦਾਂ, ਸਾਰਾ ਇਹੀ ਪੁੱਛਣ ਕਰਕੇ ਆਂਦੇ ਸੀਗੇ ਜੀ। ਲਿਖ ਘਰਦਿਆਂ ਨੇ ਵੀ ਲਿਖ ਕੇ ਦਿੱਤਾ ਸੀਗਾ। ਤਾਂ ਤੁਸੀਂ ਤਾਂ ਬਰੀ ਹੋ ਚੁੱਕੇ ਸੀ। ਹਾਂਜੀ, ਉਹ ਲਿਖ ਕੇ ਲਗਾਏ ਸੀ ਨਾ ਵੀ ਕੰਮ ਕੀ ਕਰਦਾ ਤੂੰ ਜੀ। ਤਾਂ ਮੈਂ ਦੱਸਤਾ ਘਰਦਿਆਂ ਨੇ ਮੈਂ ਕੰਮ ਤੇ ਸੀਗਾ ਜੀ। ਤਾਂ ਫਿਰ ਉਹ 2 ਘੰਟਿਆਂ ਬਾਅਦ ਫੋਨ ਆਇਆ ਕਸ਼ਮੀਰਾ ਸਿੰਘ ਜੀ ਦਾ, ਐਤਵਾਰ 3 ਤਰੀਕ ਨੂੰ ਜੀ। ਤਾਂ ਕਹਿੰਦਾ ਥਾਣੇ ਤੁਹਾਨੂੰ ਬੁਲਾਇਆ ਜੀਗਾ ਜੀ, ਵੀ ਤੁਸੀਂ ਥਾਣੇ ਆ ਕੇ ਦੱਸੋ, ਐਸਐਸ ਸਾਹਿਬ ਨੂੰ ਮਿਲੋ ਤੁਸੀਂ ਆ ਕੇ ਜੀ। ਤਾਂ ਮੁੜ ਕੇ ਮੈਂ ਆਪਣੇ ਕੌਂਸਲ ਸਾਹਿਬ ਕੋ ਗਿਆ। ਮੈਂ ਕਿਹਾ ਘਰਦਿਆਂ ਨੇ ਕਿਹਾ ਵੀ ਨੰਬਰ ਦੇ ਕੇ ਗਿਆ। ਮੈਂ ਕੌਂਸਲ ਸਾਹਿਬ ਕੋ ਨੰਬਰ ਲੈ ਕੇ ਗਿਆ, ਉਹਨਾਂ ਕੋ ਫੋਨ ਕਰਾਇਆ, ਫੋਨ ਨਹੀਂ ਲੱਗਿਆ ਜੀ। ਉਹਨਾਂ ਦਾ ਨੋਟ ਰੀਚੇਬਲ ਆਉਣ ਲੱਗ ਪਿਆ। ਘਰਦਿਆਂ ਨੇ ਵੀ ਕਿਹਾ ਕੌਂਸਲ ਸਾਹਿਬ ਲਿਖ ਕੇ ਦੇ ਕੇ ਆਏ ਆ ਬਕਾਇਦਾ, ਉਹਨਾਂ ਦੀ ਕੋਈ ਵੈਲਿਊ ਨਹੀਂ। ਤਾਂ ਕਹਿੰਦੇ ਵੈਲਿਊ ਹੈਗੀ ਆ। ਬਾਅਦ 'ਚ ਮੈਂ ਫੋਨ ਕਰਾਇਆ, ਨਹੀਂ ਜੀ ਨੋਟ ਰੀਚੇਬਲ ਆਉਣ ਲੱਗ ਪਿਆ ਜੀ ਉਹਨਾਂ ਦਾ ਨੰਬਰ। ਫਿਰ ਸ਼ਾਮ ਨੂੰ ਮੈਨੂੰ ਚੱਕਿਆ ਗਿਆ ਜੀ 6:30-7 ਵਜੇ ਦੇ ਵਿੱਚ ਮੈਨੂੰ ਚੱਕ ਲਿਆ। ਚੱਕਿਆ ਗਿਆ ਕਿਸ ਆਬਾਦਪੁਰਾ ਆਪਣੇ ਡੇਰੇ ਦੇ ਕੋਲ ਆ, 7 ਕਰਤਾਰ ਦਾ ਡੇਰਾ ਵਾ ਜੀ, ਉੱਥੋਂ ਚੱਕਿਆ ਇਹਨਾਂ ਨੇ। ਕਾਲੀ ਆਲਟੋ ਦੇ ਵਿੱਚ ਮੈਨੂੰ ਲੈ ਕੇ ਗਏ ਪਾ ਕੇ। ਮੈਂ ਪੁੱਛੇ ਨਹੀਂ, ਗੱਡੀ ਪੁਲਿਸ ਦੀ ਨਹੀਂ ਸੀ? ਪੁਲਿਸ ਦੀ ਨਹੀਂ, ਪ੍ਰਾਈਵੇਟ ਸੀਗੀ ਗੱਡੀ ਜੀ। ਜੀ, ਪੁਲਿਸ ਦੀ ਨਹੀਂ ਕਿੰਨੇ ਸੀਗੀ। ਮੁਲਾਜ਼ਮ ਸੀ ਤੁਹਾਨੂੰ? ਤਿੰਨ ਜਣੇ ਸੀਗੇ ਜੀ। ਜੀ। ਇੱਕ ਕਸ਼ਮੀਰਾ ਸਿੰਘ ਸੀ, ਇੱਕ ਮੋਟਾ ਜਿਹਾ ਸੀਗਾ ਜੀ ਸਾਂਵਲੇ ਰੰਗ ਦਾ ਮੁੱਛਾਂ ਵਾਲਾ, ਤੇ ਇੱਕ ਹੋਰ ਸੀਗਾ ਜੀ ਨਕਾਬ ਪਾਏ ਸੀਗੇ ਮੂੰਹ ਤੇ। ਕੀ ਕਹਿ ਕੇ ਚੱਕੇ ਸੀ? ਵਰਦੀਆਂ ਪਾਈਆਂ ਹੋਈਆਂ ਸੀ? ਨਹੀਂ, ਵਰਦੀਆਂ ਨਹੀਂ ਜੀ ਪਾਈਆ। ਸਿਵਲ ਡਰੈਸ ਚਾਹੀਦੀ? ਹਾਂਜੀ ਸਿਵਲ ਜੀ। ਕੀ ਕਹਿ ਕੇ, ਕੀ ਜੋ ਤੁਸੀਂ ਪੁੱਛਿਆ ਵੀ ਤੁਸੀਂ ਕਿਉਂ ਲੈ ਕੇ ਜਾ ਰਹੇ, ਕਿੱਥੇ ਲੈ ਕੇ ਜਾ ਰਹੇ ਹੋ, ਕੀ ਕਿਹਾ? ਕਹਿੰਦੇ ਐਸਓ ਸਾਹਿਬ ਨੂੰ ਮਿਲਾਣਾ ਤੈਨੂੰ, ਤਾਂ ਉਹ ਇਹੀ ਕਹੋਗੇ ਵੀ ਤੂੰ ਕੰਮ ਕੀ ਕਰਦਾ, ਬਸ ਇਹੀ ਪੁੱਛਣਾ ਜੀ। ਉੱਥੇ ਜਾਂਦੇ ਮੈਨੂੰ ਕਮਰੇ 'ਚ ਲੈ ਕੇ ਗਿਆ। ਫਿਰ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਫਿਰ ਤੁਸੀਂ ਸਿਵਲ ਡਰੈਸ 'ਚ ਕਿਵੇਂ ਆਏ ਮੈਨੂੰ ਲੈ? ਕਿਹਾ ਜੀ ਮੈਂ ਬਹੁਤ ਕਿਹਾ, ਕਹਿੰਦੇ ਅਸੀਂ ਇੱਦਾਂ ਹੀ ਬੰਦਾ ਜਦੋਂ ਚੱਕੀਦਾ ਵਾ ਸਿਵਲ ਡਰੈਸ 'ਚ ਚੱਕੀਦਾ ਵਾ, ਬਾਕੀ ਤੈਨੂੰ ਥਾਣੇ ਜਾ ਕੇ ਦੱਸ ਦੇਵਾਂਗੇ। ਥਾਣੇ 'ਚ ਨਹੀਂ ਲੱਗੇ, ਐਸਓ ਸਾਹਿਬ ਨਾਲ ਨਹੀਂ ਮਿਲਾਇਆ ਮੈਨੂੰ। ਗੈਸਟ ਰੂਮ 'ਚ ਆਪਣੇ ਲੈ ਗਏ ਥਾਣੇ ਦੇ ਨਾਲ ਹੀ। ਗੈਸਟ ਰੂਮ ਕਿੱਥੇ? ਨਾਲ ਹੀ ਥਾਣੇ ਦੇ ਬਿਲਕੁਲ 6 ਨੰਬਰ ਥਾਣੇ ਦੇ ਨਾਲ ਹੀ ਉਹਨਾਂ ਰੂਮ ਬਣਾਏ ਆ ਜਿੱਥੇ ਸੌਂਦੇ ਆ। ਉਹ ਕਮਰੇ 'ਚ ਮੈਨੂੰ ਲੈ ਗਏ, ਉੱਥੇ ਜਾ ਕੇ ਮੈਨੂੰ ਟੌਰਚਰ ਕੀਤਾ। ਮੇਰੇ ਥਾਣੇ ਨੰਬਰ 6 ਲਿਖਿਆ ਜੀ, ਪਿੱਛੇ ਮਾਰਿਆ ਕੁੱਤੇ। ਮਾਰਿਆ ਕਿਉਂ ਤੁਹਾਨੂੰ, ਕਿਸ ਕਾਰਨ? ਆਹੀ ਵੀ ਕਹਿੰਦੇ ਤੁਹਾਨੂੰ ਕੁਝ ਪੁੱਛਿਆ ਨਹੀਂ, ਬਿਨਾਂ ਪੁੱਛੇ ਮਾਰਨਾ ਸ਼ੁਰੂ ਕਰਤਾ ਜਾਂ ਕੋਈ ਗੱਲ ਹੋਈ ਸੀ? ਗੱਲ ਹੋਈ ਸੀ, ਕਹਿੰਦੇ ਤੂੰ ਵਾਰਦਾਤ ਕੀਤੀ। ਉੱਥੇ ਜਾ ਕੇ ਆਹ ਗੱਲ ਕਰਨ ਲੱਗ ਪਏ। ਮੈਨੂੰ ਚੱਕਣ ਤੋਂ ਪਹਿਲਾਂ ਕਹਿੰਦੇ ਸੀਗੇ ਥਾਣੇ 'ਚ ਤੈਨੂੰ ਮਿਲਾਉਣਾ, ਇਹੀ ਬਸ ਪੁੱਛਣਾ ਸੀ ਕੰਮ ਕੀ ਕਰਦਾ ਤੂੰ, ਇਹੀ ਦੱਸਣਾ। ਉੱਥੇ ਜਾ ਕੇ ਮੈਨੂੰ ਕਹਿਣ ਲੱਗ ਪਏ ਨਕੋਦਰ ਦੀ ਕੋਈ ਚੋਰੀ ਹੈ ਜੀ, ਕੋਈ ਹੋਈ, ਉਹ ਦੱਸ ਕਿਹਨੇ ਕੀਤੀ ਆ। ਮੈਂ ਕਿਹਾ ਜੀ ਮੈਂ ਤਾਂ ਕੀਤੀ ਨਹੀਂ, ਮੇਰਾ ਕੋਈ ਨਕੋਦਰ 'ਚ ਹੈ ਹੀ ਨਹੀਂ ਵਾਕਫ ਵੀ। ਕਹਿੰਦੇ 20 ਲੱਖ ਦੀ ਚੋਰੀ ਕੀਤੀ ਤੂੰ, ਉਹ ਪੈਸੇ ਦੇ ਸਾਨੂੰ। ਮੈਂ ਉਹਨਾਂ ਨੂੰ ਕਿਹਾ ਮੈਂ ਕੀਤੀ ਨਹੀਂ ਚੋਰੀ, ਮੈਂ ਕੀਤੀ ਨਹੀਂ। ਮੈਂ ਸਾਰਾ ਰੋਂਦਾ ਰਿਹਾ, ਉੱਥੇ ਪਿੱਟਦਾ ਰਿਹਾ, ਤਾਂ ਵੀ ਨਹੀਂ ਮੇਰੀ ਸੁਣੀ ਗਈ ਜੀ। ਇਹ ਚੋਰੀ ਕਿਹੜੀ ਸੀਗੀ ਨਕੋਦਰ ਤੋਂ? ਜਿਹੜੇ ਉਹਨਾਂ ਨੇ ਚੱਕੇ ਹੋਣਗੇ ਹੋਰ ਸਾਥੀ, ਉਹਨਾਂ ਚੋਂ ਤੁਹਾਡਾ ਕਿਸੇ ਨੇ ਨਾਂ ਦੱਸਿਆ ਹੋਏਗਾ, ਤੁਸੀਂ ਉਹਨਾਂ ਨੂੰ ਕਿਹਾ ਵੀ ਮੈਨੂੰ ਉਹਨਾਂ ਨੂੰ ਸ਼ੋਅ ਕਰੋ ਵੀ ਮੈਨੂੰ ਵੀ ਪਤਾ ਲੱਗੇ ਕੌਣ ਹੈ? ਮੈਂ ਉਹਨਾਂ ਨੂੰ ਬਹੁਤ ਕਿਹਾ ਜੀ ਜਿਹਨੇ ਵੀ ਚੋਰੀ ਕੀਤੀ ਤੁਸੀਂ ਮੈਨੂੰ ਮਿਲਾਓ ਤਾਂ ਸਹੀ, ਕੌਣ ਆ ਉਹ, ਜਾਂ ਮੈਨੂੰ ਪਹਿਚਾਨੇ ਤਾਂ ਸਹੀ ਵੀ ਮੈਂ ਹੀ ਆ ਜੀ। ਕਹਿੰਦੇ ਨਹੀਂ ਅਸੀਂ ਤੈਨੂੰ ਪੁੱਛਣਾ ਵਾ ਜੀ, ਜੋ ਵੀ ਪੁੱਛਣਾ ਵਾ ਸਾਡੇ ਕੋਲ ਆਈ ਕੰਪਲੇਂਟ। ਭੀਮਾ ਜੀ, ਜਦੋਂ ਤੁਹਾਡੀ ਫੈਮਿਲੀ ਉੱਥੇ ਆਈ ਹੈ 4 ਜਨਵਰੀ 2021 ਨੂੰ, ਜਦੋਂ ਰਾਤੀ 10:30 ਦੇ ਕਰੀਬ ਤੁਹਾਡੇ ਪ੍ਰਧਾਨ ਸਾਹਿਬ ਨਾਲ ਸੀ, ਸਾਰੇ ਹੋਰ ਤੁਹਾਡੇ ਮਹੱਲਾ ਨਿਵਾਸੀ ਸੀਗੇ, ਉਹਨਾਂ ਦਾ ਇਹ ਕਹਿਣਾ ਸੀ ਵੀ ਇਹਨਾਂ ਤਿੰਨਾਂ ਨੂੰ ਨਾਲ ਇਕੱਠੇ ਚੱਕਿਆ। ਇੱਥੇ ਥੋੜਾ ਜਿਹਾ ਦੱਸੋ ਵੀ ਤੁਸੀਂ ਤਿੰਨੋਂ ਇਕੱਠੇ ਚੱਕੇ ਗਏ ਸੀ ਜਾਂ ਕਿਵੇਂ ਸੀਗਾ, ਤੇ ਬਾਅਦ ਦੇ ਵਿੱਚ 6 ਤੋਂ ਤੁਸੀਂ ਸ਼ਿਫਟ ਕਿਵੇਂ ਹੋਏ ਰੇਲਵੇ ਸਟੇਸ਼ਨ ਵਾਲੇ ਥਾਣੇ ਦੇ ਵਿੱਚ? ਨਹੀਂ ਜੀ, ਮੈਂ ਇਕੱਲਾ ਸੀਗਾ, ਮੈਨੂੰ ਇਕੱਲੇ ਨੂੰ ਚੱਕਿਆ ਇਹਨਾਂ ਨੇ। ਤਾਂ ਇੱਥੇ ਜਦੋਂ ਮੈਂ ਆਪਣੇ ਕੌਂਸਲ ਸਾਹਿਬ ਨੂੰ ਫੋਨ ਕੀਤਾ ਨਾ, ਉੱਥੋਂ ਜਦੋਂ ਮੈਨੂੰ ਚੱਕਿਆ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਨਹੀਂ, ਫੋਨ ਤਾਂ ਖੋਇਆ ਨਹੀਂ ਪੁਲਿਸ ਨੇ? ਨਹੀਂ, ਮੈਂ ਆਪਣੇ ਕੱਛੇ 'ਚ ਲਕੋ ਲਿਆ ਸੀਗਾ ਨਾ ਫੋਨ ਜੀ, ਥੱਲੇ ਅੰਡਰਵੇਅਰ ਪਾਇਆ ਸੀਗਾ, ਉਹ 'ਚੋਂ ਮੈਂ ਕੱਢ ਕੇ ਜਦੋਂ ਮੈਨੂੰ ਆਪਣੇ ਰੂਮ 'ਚ ਲੈ ਕੇ ਗੈਸਟ ਰੂਮ 'ਚ ਜਿਹੜਾ ਇਹਨਾਂ ਦਾ ਸੀ, ਉੱਥੋਂ ਜਦੋਂ ਮੈਂ ਇੱਧਰ ਨੂੰ ਬਾਥਰੂਮ ਦੇ ਬਹਾਨੇ ਹੋਇਆ ਤਾਂ ਮੈਂ ਉੱਥੇ ਫੋਨ ਫੜ ਕੀਤਾ ਵੀ ਮੈਂ ਕਿਹਾ ਮੈਨੂੰ 6 ਨੰਬਰ ਵਾਲਿਆਂ ਨੇ ਚੱਕਿਆ ਜੀ, ਗੈਸਟ ਰੂਮ 'ਚ ਆਪਣੇ ਲਿਆਏ ਆ ਜੀ। ਤਾਂ ਉਸ ਤੋਂ ਬਾਅਦ ਮੈਨੂੰ ਨਾਲ ਹੀ ਉਹਨਾਂ ਥੋੜ੍ਹੀ ਦੇਰ ਬਾਅਦ 15 ਕੁ ਮਿੰਟ ਕੁੱਟਿਆ, ਬਾਅਦ 'ਚੋਂ ਸਰੀਏ ਲਾਏ ਗਰਮ ਕਰਕੇ ਇੱਥੇ ਲਿਆ, ਨਾਲ ਹੀ ਉੱਧਰ ਲੈ ਗਏ ਮੈਨੂੰ ਰੇਲ। ਇਹ ਕਿਉਂ ਮਾਰ ਰਹੇ ਸੀ? ਗੱਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਸੀਂ ਮੰਨ ਜਾਓ ਜਾਂ ਕੋਈ ਹੋਰ ਕਾਰਨ ਸੀ? ਜ਼ਬਰਦਸਤੀ ਮਨਾ ਰਹੇ ਸੀਗੇ ਜੀ। 20 ਲੱਖ ਰੁਪਏ ਦੀ ਚੋਰੀ ਮੰਨ ਜੀ ਮਨ। ਮੈਂ ਕਿਹਾ ਜੀ ਮੈਂ ਆਪ 20 ਲੱਖ ਦੀ ਚੋਰੀ ਸੀ ਜਾਂ ਕੋਈ ਹੋਰ ਚੀਜ਼ ਦਾ ਸੀ? 20 ਲੱਖ ਦੀ ਚੋਰੀ ਕਹਿੰਦੇ ਸੀਗੇ ਜੀ। ਤਾਂ ਕਹਿੰਦੇ, ਮੈਂ ਕਿਹਾ ਜੀ ਮੈਂ ਤਾਂ ਟੀਨਾ ਦੇ ਰਹਿਣਾ ਵਾ, ਮੇਰੇ ਤਾਂ ਕੋਈ ਇੱਦਾਂ ਦਾ ਮਕਾਨ ਵੀ ਨਹੀਂ ਚੱਜਦਾ, ਤੁਸੀਂ ਆ ਕੇ ਦੇਖ ਲਓ, ਤੁਸੀਂ 20 ਲੱਖ ਦੀ ਚੋਰੀ ਕਹਿੰਦੇ ਕੀਤੀ ਆ। ਤਾਂ ਨਹੀਂ ਸੁਣਿਆ ਗਿਆ ਜੀ। ਫਿਰ ਗਰਮ ਕਰਕੇ ਲਾਣ ਲੱਗ ਪਏ, ਤੂੰ ਬਕੂੰਗਾ, ਕਹਿੰਦੇ ਹੁਣੀ ਬਕੂੰਗਾ ਤੂੰ। 6 ਨੰਬਰ ਥਾਣਾ 4 ਜਨਵਰੀ ਨੂੰ ਵੀ ਵਿਵਾਦਾਂ ਦੇ ਵਿੱਚ ਸੀ। SHO ਸਾਹਿਬ ਆਪ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਬੱਚਿਆਂ ਨੂੰ ਨਹੀਂ ਚੱਕਿਆ, ਇੱਥੇ ਸਾਡੇ ਜਿਹੜੇ ਥਾਣੇ ਦੇ ਵਿੱਚ ਬੱਚੇ ਉਹ ਨਹੀਂ ਆ, ਪਰ ਪ੍ਰੂਫ ਜਿਹੜਾ ਬਹੁਤ ਵੱਡੀ ਚੀਜ਼ ਹੁੰਦੀ ਆ, ਐਵੀਡੈਂਸ ਬੜੀ ਵੱਡੀ ਚੀਜ਼ ਹੁੰਦੀ ਆ, ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਭੀਮਾ ਜੀ ਦਿਖਾਇਓ ਜਿੱਥੇ ਥਾਣਾ ਨੰਬਰ 6 ਲਿਖਿਆ, ਇਹ ਕਿਹਦੇ ਵੱਲੋਂ ਲਿਖਿਆ ਗਿਆ ਸੀ, ਕੁਝ ਪਤਾ ਤੁਹਾਨੂੰ? ਉਹ ਜਿਨ੍ਹਾਂ ਨੇ ਮੈਨੂੰ ਚੱਕਿਆ ਸੀਗਾ ਜੀ ਕਸ਼ਮੀਰਾ ਸਿੰਘ ਜੀ, ਇੱਕ ਜੀ ਮੋਟੇ ਜਿਹੇ ਸੀਗੇ, ਮੁੱਛਾਂ ਜੀ ਖੜੀਆਂ ਉਹਨਾਂ ਦੀਆਂ, ਇੱਕ ਹੋਰ ਸੀ ਮੂੰਹ ਤੇ ਮਾਸਕ ਪਾਏ ਸੀ। ਕਾਹਦੇ ਨਾਲ ਲਿਖਿਆ? ਇਹ ਸਰੀਏ ਗਰਮ ਕਰਕੇ ਲਿਖਿਆ ਜੀ, ਉਹਨਾਂ ਨੇ ਗੈਸ ਸਿਗਾਰ ਕੋਲ ਰੱਖਿਆ ਪਿਆ, ਉੱਤੇ ਰੱਖਦੇ ਸੀ, ਗਰਮ ਕਰਕੇ ਲਾਉਂਦੇ ਸੀਗੇ ਸਰੀਆ ਸੀ ਟੋਟਾ ਜੀ।
ਸੋ ਅਸੀਂ ਦਿਖਾਉਣਾ ਚਾਹੁੰਦੇ ਤੁਹਾਨੂੰ, ਦੇਖੋ ਤੁਸੀਂ ਕਿਵੇਂ ਲਿਖਿਆ ਗਿਆ ਥਾਣਾ ਨੰਬਰ 6। ਇਹ ਥਾਣਾ ਤੁਸੀਂ ਦੇਖ ਸਕਦੇ ਆ, ਥਾਣਾ ਵੀ ਪੂਰਾ ਸਹੀ ਨਹੀਂ ਲਿਖਿਆ ਤੇ 6 ਨੰਬਰ ਜਿਹੜਾ ਉਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਥਾਣਾ ਨੰਬਰ ਲਿਖਿਆ ਗਿਆ ਹੈ। ਇਹ ਐਸਐਚਓ ਸਾਹਿਬ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਹੈ ਕਿ 4 ਜਨਵਰੀ ਨੂੰ ਜਦੋਂ ਐਸਐਚਓ ਸਾਹਿਬ ਨੂੰ ਪੁੱਛਿਆ ਜਾਂਦਾ ਹੈ ਕਿ ਸਰ ਤੁਹਾਡੇ ਜਿਹੜੇ ਬੱਚੇ ਨੇ ਜਿਹੜੇ ਆਬਾਦਪੁਰੇ ਤੋਂ ਤੁਸੀਂ ਮੁੰਡੇ ਚੱਕੇ ਨੇ ਉਹ ਕਿੱਥੇ ਨੇ, ਤੇ ਐਸਐਚਓ ਸਾਹਿਬ ਬੜੇ ਸਾਫ਼ ਸ਼ਬਦਾਂ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਇੱਥੇ ਅਸੀਂ ਬੱਚੇ ਨਹੀਂ ਚੱਕੇ, ਅਸੀਂ ਤੁਹਾਡੀ ਹੈਲਪ ਕਰਦੇ ਨੇ। ਉੱਥੇ ਗੁੰਮਸ਼ੁਦਾ ਦੀ ਐਪਲੀਕੇਸ਼ਨ ਵੀ ਇਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਇਹਨਾਂ ਦੇ ਮੁਹੱਲਾ ਨਿਵਾਸੀਆਂ ਵੱਲੋਂ ਦੇ ਕੇ ਦਿੱਤੀ ਜਾਂਦੀ ਹੈ, ਪਰ ਇਹ ਸਿਰਫ ਥਾਣਾ ਨੰਬਰ 6 ਹੀ ਨਹੀਂ ਲਿਖਣਾ ਸੀਗਾ। ਉਸ ਤੋਂ ਬਾਅਦ ਹੋਰ ਕਿਵੇਂ ਇਹਨਾਂ ਨੂੰ ਨਿਸ਼ਾਨ ਦਿੱਤੇ ਗਏ ਨੇ ਉਹ ਵੀ ਨਿਸ਼ਾਨ ਤੁਹਾਨੂੰ ਦਿਖਾਉਂਦੇ ਆ ਕਿ ਗਰਮ ਕਰਕੇ ਸਰੀਆ ਜਿਹੜਾ ਉਹ ਕਿਵੇਂ ਲਗਾਇਆ ਗਿਆ ਲੱਤਾਂ ਤੇ, ਤੁਸੀਂ ਨਿਸ਼ਾਨ ਦੇਖ ਸਕਦੇ ਹੋ। ਨਿਸ਼ਾਨ ਕੁਝ ਹੋਰ ਹੀ ਬਿਆਨ ਕਰ ਰਹੇ ਨੇ। ਇਹ ਸਾਰੇ ਨਿਸ਼ਾਨ ਜਿਹੜੇ ਨੇ ਥਾਣਾ ਨੰਬਰ 6 ਦੇ ਵਿੱਚ ਇਹਨਾਂ ਨੂੰ ਮਿਲੇ ਨੇ। ਫਿਰ ਇਹਨਾਂ ਨੂੰ ਥਾਣਾ ਨੰਬਰ 6 ਤੋਂ ਰੇਲਵੇ ਸਟੇਸ਼ਨ ਕਿਵੇਂ ਸ਼ਿਫਟ ਕੀਤਾ ਗਿਆ ਉਹ ਵੀ ਅਸੀਂ ਜਾਣਦੇ ਇਹਨਾਂ ਤੋਂ। ਫਿਰ ਮਤਲਬ ਜਦੋਂ ਉੱਥੇ ਧਰਨਾ ਦਿੱਤਾ ਗਿਆ ਤੁਹਾਡੀ ਫੈਮਿਲੀ ਵੱਲੋਂ, ਤੁਹਾਡੇ ਮੁਹੱਲੇ ਵਾਲਿਆਂ ਵੱਲੋਂ, ਤੁਹਾਨੂੰ ਇੰਨਾ ਪਤਾ ਕਿ ਰੋਲਾ ਪੈ ਰਿਹਾ ਸੀ ਬਾਹਰ, ਜਾਂ ਤੁਸੀਂ ਉੱਥੇ ਹੀ ਸੀ, ਜਾਂ ਤੁਹਾਨੂੰ ਪਹਿਲਾਂ ਹੀ ਸ਼ਿਫਟ ਕਰ ਦਿੱਤਾ ਗਿਆ ਸੀਗਾ ਰੇਲਵੇ ਸਟੇਸ਼ਨ ਦੇ ਪੁਲਿਸ ਸਟੇਸ਼ਨ 'ਤੇ? ਨਹੀਂ ਜੀ, ਮੈਨੂੰ ਐਤਵਾਰ ਜਿੱਦਾਂ 7 ਵਜੇ ਚੱਕਿਆ ਜੀ, ਉਸ ਤੋਂ ਬਾਅਦ ਮੈਨੂੰ ਅੱਧੇ ਕੁ ਘੰਟੇ ਬਾਅਦ ਲੈ ਗਏ ਉੱਧਰ, ਕਹਿੰਦੇ ਉੱਧਰ ਸਾਡੇ ਹੈਗੇ ਆ ਗੈਸਟ ਰੂਮ, ਉੱਧਰ ਵੀ ਆ, ਕਹਿੰਦੇ ਉੱਧਰ ਲੈ ਚੱਲਦੇ, ਉੱਧਰ ਬਕਾਉਂਦੇ ਇਹਨੂੰ ਜਾ ਕੇ। ਤਾਂ ਇਹਨਾਂ ਦੇ ਕਹਿੰਦੇ 2 ਸਾਥੀ ਇਹਨਾਂ ਦੇ ਮਹੱਲੇ ਦੇ ਇੱਕ ਹੋਰ ਬਣੇ ਆ, ਫੜੇ ਪਏ ਆ, ਉਹਦੇ ਨਾਲ ਇਹਨਾਂ ਨੂੰ ਮਿਲਾਉਂਦੇ ਆ, ਤਾਂ ਨਾਲ ਦੇਖਦੇ ਕੀ ਉਹ ਜਿਹੜੀ ਉਹਨਾਂ ਨੇ ਵੀ ਕੀਤੀ ਆਊਗੀ ਉਹ ਵੀ ਇਹਨਾਂ ਇੱਥੇ ਪਾਵਾਂਗੇ। ਤਾਂ ਮੈਨੂੰ ਬਹੁਤ ਚਿਰ ਤੋਂ ਤੰਗ ਕਰਦੇ ਜੀ। ਮੈਂ ਕਦੀ ਕੋਠੇ ਟੱਪਦਾ ਹੁੰਦਾ ਸੀ ਆਪਣੇ, ਇਹਨਾਂ ਨੂੰ ਦੇਖ ਕੇ ਵੀ ਨਜਾਇਜ਼ ਨਾ ਮੇਰੇ ਨਾਲ ਹੋ ਜਾਵੇ ਨਜਾਇਜ਼। ਮੈਂ ਆਪਣੇ ਕੌਂਸਲ ਸਾਹਿਬ ਨਾਲ ਗੱਲ ਜ਼ਰੂਰ ਕੀਤੀ ਸੀਗੀ ਵੀ ਮੇਰੇ ਨਾਲ ਨਜਾਇਜ਼ ਕਰਦੇ ਪਏ ਆ ਜੀ ਤੰਗ, ਉਹ ਵੀ ਜਾਂਦੇ ਰਹੇ ਜੀ। ਨਹੀਂ, ਨਜਾਇਜ਼ ਕਿਉਂ ਕਰਦੇ ਸੀ? ਕਿਸੇ ਚੀਜ਼ ਦੀ ਡਿਮਾਂਡ ਕਰ ਰਹੇ ਸੀ ਜਾਂ ਕੋਈ ਹੋਰ ਕਾਰਨ ਸੀ? ਪੈਸਿਆਂ ਦੀ ਡਿਮਾਂਡ ਜਾਂ ਕੁਛ ਇਦਾਂ ਦਾ ਸੀਗਾ? ਆਹੀ ਸੀਗੀ ਜੀ ਗੱਲ ਵੀ ਪਰਚਾ ਦਰਜ ਵਾ, ਉਹ ਸਾਡੇ 'ਚ ਦੋਸ਼ੀ ਆ, ਤੈਨੂੰ ਸਜ਼ਾ ਹੋਈ। ਉਹ ਸਾਡੇ ਲਈ ਕਹਿੰਦੇ ਕਾਨੂੰਨ ਦੇ ਵਿੱਚ ਦੋਸ਼ੀ ਹੁੰਦਾ, ਜਿਹੜੀ ਗੱਲ ਦੀ ਸਜ਼ਾ ਹੋ ਜਾਵੇ ਨਾ ਉਹ ਸਾਡੇ ਲਈ ਦੋਸ਼ੀ ਹੁੰਦਾ ਬੰਦਾ, ਅਸੀਂ ਉਹਨੂੰ ਚੱਕ ਸਕਦੇ ਜਦੋਂ ਮਰਜ਼ੀ ਬਣਾ ਸਕਦੇ। ਇੱਕ ਵਾਰੀ ਜਿਹੜਾ ਦੋਸ਼ੀ ਹੋ ਗਿਆ, ਜੋ ਬਰੀ ਵੀ ਹੋ ਜਾਂਦਾ, ਫਿਰ ਵੀ ਇਹਨਾਂ ਦਾ ਦੋਸ਼ੀ ਹੈ? ਹਾਂਜੀ, ਇਹ ਇਦਾਂ ਕਹਿੰਦੇ ਸਾਡਾ ਉਹ ਦੋਸ਼ੀ ਆ ਜੀ, ਉਹ ਪੁਲਿਸ ਦਾ ਰਿਕਾਰਡ ਤੇ ਚੜੇ ਗਿਆ ਜੀ, ਉਹ ਕਦੀ ਨਹੀਂ ਹੋਊਗਾ ਜੀ ਲਿਥ ਜੀ। ਉਹ 'ਚ ਅਸੀਂ ਬੁਲਾਣਾ ਹੀ ਬੁਲਾਣਾ ਵਾ। ਕਹਿੰਦੇ ਉਹ 'ਚ ਕਿੰਨੀ ਡਿਮਾਂਡ ਕਰਦੇ ਸੀ? 40,000 ਰੁਪਇਆ ਮੰਗਦੇ ਸੀਗੇ ਜੀ। 40 ਦੇ ਛੱਡ ਦਿੰਦੇ ਆ ਜੀ। ਫਿਰ ਮੈਂ ਕਿਹਾ ਜੀ ਚਲੋ ਕਿਸੇ ਨੂੰ ਫੜ ਕੇ ਕਦੋਂ ਮੇਰੇ ਘਰ ਫੋਨ ਕਰ ਦਿਓ, ਲੈ ਆਊਗੇ, ਤੁਹਾਨੂੰ ਦੇ ਦੂਗੇ, ਤੁਸੀਂ ਮੈਨੂੰ ਛੱਡ ਦਿਓ ਮੈਨੂੰ, ਜਾਂ ਘਰ ਭੇਜ ਦਿਓ ਜਾਂ ਮੇਰੇ ਫੋਨ ਕਰਨ ਲੈਣ ਦਿਓ ਮੈਨੂੰ। ਕੁਝ ਨਹੀਂ ਮੈਨੂੰ ਉੱਦਾਂ ਦਾ ਕਰਨ ਦਿੱਤਾ ਜੀ। ਕਿ ਐਸਐਚਓ ਸਾਹਿਬ ਥਾਣਾ ਨੰਬਰ 6 ਦੇ ਆਪ ਸਾਹਮਣੇ ਆਏ ਸੀ? ਨਹੀਂ, ਆਪ ਨਹੀਂ ਆਏ ਸੀਗੇ ਜੀ ਸਾਹਮਣੇ ਉਹ ਜੀ। ਤੇ ਉਦੋਂ ਉਹਨਾਂ ਦੇ ਸਾਰੀ ਰਹਿਨੁਮਾਈ ਦੇ ਵਿੱਚ ਹੁੰਦਾ ਸੀ, ਉਹਨਾਂ ਨੂੰ ਪਤਾ ਸੀ ਇਸ ਬਾਰੇ ਕਿ ਤੁਹਾਡੇ ਨਾਲ ਜਿਹੜੇ ਮੁਲਾਜ਼ਮ ਸੀ ਉਹ ਫੋਨ ਕਰਕੇ ਦੱਸਦੇ ਸੀ ਉਹਨਾਂ ਨੂੰ ਰਿਪੋਰਟ ਕਿ ਇਦਾਂ ਹੋ ਗਿਆ, ਹੁਣ ਆ ਕਹਿ ਰਹੇ ਉਹ ਕਹਿ ਰਹੇ? ਫੋਨ ਕਰਦੇ ਸੀਗੇ, ਹੁਣ ਮੈਨੂੰ ਨਹੀਂ ਪਤਾ ਜੀ ਉਹਨਾਂ ਨੂੰ ਕਰਦੇ ਸੀ ਕਿਹਨੂੰ ਕਰਦੇ ਸੀਗੇ, ਪਰ ਐਸਓ ਸਾਹਿਬ ਨੇ ਨਹੀਂ ਮੈਨੂੰ ਮਿਲਾਇਆ ਗਿਆ ਜੀ। ਇਹ ਸਿੱਧਾ ਉਹ ਕਮਰੇ 'ਚ ਰਹਿ ਕੇ ਗੈਸਟ ਰੂਮ 'ਚ ਜੀ। ਤੇ ਜਦੋਂ ਤੁਹਾਨੂੰ ਰੇਲਵੇ ਸਟੇਸ਼ਨ ਦੇ ਥਾਣੇ 'ਚ ਲਿਆਂਦਾ ਗਿਆ, ਉੱਥੇ ਤੁਹਾਨੂੰ ਕਿਵੇਂ ਟਰੀਟ ਕੀਤਾ ਗਿਆ? ਉੱਥੇ ਕਿਵੇਂ ਦਾ ਰਿਹਾ? ਉੱਥੇ ਜਦੋਂ ਮੈਂ ਆਪਣੇ ਕੌਂਸਲ ਸਾਹਿਬ ਨੂੰ ਫੋਨ ਕੀਤਾ, ਉਸ ਤੋਂ ਬਾਅਦ ਮੈਨੂੰ ਥੋੜੀ ਦੇਰ ਕੁੱਟਿਆ ਇਹਨਾਂ ਨੇ, ਨਾਲ ਹੀ ਲੈ ਗਏ ਤੇ ਬੰਦੇ ਆ ਜਾਣ। ਕਿਵੇਂ ਦਾ ਕੁੱਟਿਆ? ਉੱਥੇ ਵੀ ਟੌਰਚਰ ਕੀਤਾ ਜੀਗਾ। ਉੱਥੇ ਵੀ ਸੇਮ ਸੀਗੇ? ਉੱਥੇ ਪਹਿਲੇ 2 ਫੜੇ ਪਏ ਸੀਗੇ ਜੀ, ਨਾਲ ਹੀ ਉਹਨਾਂ ਨੂੰ ਵੀ ਕੁੱਟਿਆ ਪਿਆ ਸੀ ਪਹਿਲਾਂ ਹੀ ਜੀ। ਮੈਨੂੰ ਨਹੀਂ ਪਤਾ ਜੀ, ਮੈਨੂੰ ਆਪਣਾ ਬਕਾਇਦਾ ਨਾਲ ਦੇ ਕਮਰੇ 'ਚ ਜਾ ਕੇ ਡਾਂਗਾ ਮਾਰੀਆ ਉਹਨਾਂ ਨੇ। 2 ਉੱਥੇ ਦੇ ਆ GRP ਗੈਸਟ ਰੂਮ ਆ ਜੀ, ਉੱਥੇ ਮੈਨੂੰ ਕੁੱਟਿਆ ਗਿਆ, ਉੱਥੇ ਡਾਂਗਾ ਮਾਰੀਆ ਪੈਰਾਂ ਤੇ ਲੰਮੇ ਪਾ ਕੇ ਬੰਨ੍ਹ ਕੇ, ਤਾਂ ਨਾਲ ਹੀ ਉਹ ਥਾਣੇ 'ਚ ਮੈਨੂੰ ਲੈ ਦੇ ਦਿੱਤਾ ਉਹਨਾਂ ਨੇ। ਜਦੋਂ ਕੁੱਟਦੇ ਨੇ ਉਦੋਂ ਕੋਈ ਚੀਜ਼ ਵੀ ਬੁਲਵਾਉਂਦੇ ਨੇ ਤੁਹਾਡੇ ਕੋਲ, ਕੀ ਕੁਝ ਕਹਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ? ਉਹ ਆਪਣੀਆਂ ਉਹਨਾਂ ਨੇ ਉੱਧਰਲੀਆਂ ਮਨਾਉਂਦੇ ਸੀਗੇ ਜੀ, ਵੀ ਸਾਡੇ ਇੱਧਰਲੀ ਵਾਰਦਾਤਾਂ ਹੋਈ ਆ, ਉਹ ਮੰਨ ਕੋਈ ਇੱਧਰ ਜਿਹੜੀ ਕੀਤੀ ਆ, ਤੂੰ ਇੱਧਰ ਆਇਆ। ਮੈਂ ਕਿਹਾ ਜੀ ਮੈਂ ਇੱਧਰ ਆਇਆ ਹੀ ਨਹੀਂ ਆ, ਇੱਧਰ ਮੈਂ ਕਦੀ ਆਇਆ ਨਹੀਂ। ਤਾਂ ਮੈਂ ਆਂਦਾ ਸੀਗਾ ਇੱਧਰ, ਮੇਰੇ ਯਾਰ ਦੋਸਤ ਹੁੰਦੇ 2-3 ਸਾਲ ਪਹਿਲਾਂ ਆਂਦਾ ਸੀਗਾ, ਮੈਂ ਹੁਣ ਨਹੀਂ ਆਇਆ ਜੀ ਇੱਧਰ। ਇਹ ਲੈ ਕੇ ਆਏ ਤਾਂ ਮੈਂ ਤਾਂ ਅੱਜ ਇੱਧਰ ਆਇਆ, ਮੈਂ ਉੱਦਾਂ ਨਹੀਂ ਆਂਦਾ ਸੀਗਾ ਜੀ। ਨਹੀਂ, ਜਦੋਂ ਜਦੋਂ ਸਾਡੇ ਸਾਥੀ ਉੱਥੇ ਕੁਝ ਗਏ ਸੀ, ਮੀਡੀਆ ਦੇ ਸਾਥੀ, ਜਦੋਂ ਤੁਹਾਨੂੰ ਮਿਲੇ ਸੀ ਤਾਂ ਉਹਨਾਂ ਨੂੰ ਤੇਈ ਸੁਣਨ 'ਚ ਆਇਆ ਸੀਗਾ ਕਿ ਜਿਹੜੀ ਚੋਰੀ ਦੀ ਤੁਹਾਡੇ ਤੇ ਕੰਪਲੇਂਟ ਆ ਉਹ ਕੀਤੀ ਗਈ ਹੈ ਕਿ ਇਹਨਾਂ ਨੇ ਚੋਰੀ ਕੀਤੀ ਰੇਲਵੇ ਸਟੇਸ਼ਨ ਤੇ ਜਦੋਂ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਸੀ, ਪਰ ਉੱਥੇ ਰੇਲਵੇ ਸਟੇਸ਼ਨ ਦੀ ਪੁਲਿਸ ਤਾਂ ਇਹ ਕਹਿ ਰਹੀ ਸੀ ਕਿ ਇਹਨਾਂ ਨੂੰ ਅਸੀਂ ਅੱਜ ਹੀ ਫੜਿਆ। ਫਿਰ ਤੁਸੀਂ ਕਿਵੇਂ ਕਹਿ ਰਹੇ ਵੀ ਤੁਹਾਨੂੰ 3 ਤਰੀਕ ਨੂੰ ਲੈ ਕੇ ਗਏ ਸੀ? ਨਹੀਂ, 3 ਤਰੀਕ ਨੂੰ ਲੈ ਕੇ ਆਏ ਸੀਗੇ ਜੀ। ਅਸੀਂ ਉੱਚੀ ਰੋਲਾ ਪਾ ਕੇ ਵੀ ਦੱਸ ਰਹੇ ਸੀਗੇ, ਬਕਾਇਦਾ ਉਹਨਾਂ ਦੇ ਮੁਲਾਜ਼ਮ ਸਾਹਿਬ ਕੋਲ ਖੜੇ ਪਏ ਸੀ ਸਾਡੇ ਘਿਰਲੇ ਦੇ ਕੋਲ। ਮਤਲਬ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ 3 ਨੰਬਰ ਥਾਣਾ 6 ਨੰਬਰ ਤੁਹਾਨੂੰ ਥਾਣਾ ਜਦੋਂ ਫੜ ਕੇ ਲਗਿਆ, 6 ਨੰਬਰ ਥਾਣੇ ਤੁਹਾਨੂੰ ਸਿਰਫ ਅੱਧਾ ਘੰਟਾ ਰੱਖਿਆ ਗਿਆ, ਬਾਕੀ ਦਾ ਪੂਰਾ ਟਾਈਮ ਤੁਹਾਨੂੰ ਜਿਹੜਾ ਉਹ ਰੇਲਵੇ ਸਟੇਸ਼ਨ ਦੀ ਪੁਲਿਸ ਜਿਹੜੇ ਟਾਈਮ ਆ ਉਹਨਾਂ ਨੇ ਰੱਖਿਆ, ਤੇ ਉਨੀ ਦੇਰ ਤੱਕ ਉਹਨਾਂ ਨੇ ਤੁਹਾਨੂੰ ਮਾਰਿਆ। 2 ਦਿਨ ਉਹਨਾਂ ਨੇ ਰੱਖਿਆ ਜੀ, ਉਹਨਾਂ ਨੇ ਟੌਰਚਰ ਕੀਤਾ ਜੀ 2 ਦਿਨ। ਉਹ ਆਪਣੀਆਂ ਮਨਾਉਂਦੇ ਸੀ, ਉਹਨਾਂ ਨੇ ਇੱਧਰ ਦੀ ਨਹੀਂ ਕੋਈ ਗੱਲ ਕੀਤੀ। 6 ਨੰਬਰ ਦੀ ਮਤਲਬ 6 ਨੰਬਰ ਵਾਲੇ ਜਦੋਂ ਕੁੱਟਦੇ ਸੀ ਉਹ ਆਪਣੀ ਮਨਾਉਂਦੇ ਸੀ, ਜਦੋਂ GRP ਵਾਲੇ ਕੁੱਟਦੇ ਸੀ ਉਹ ਆਪਣੀ ਮਨਾਉਂਦੇ ਸੀਗੇ ਜੀ। GRP ਵਾਲੇ ਆਪਣੀ ਮਨਾਉਂਦੇ, 6 ਨੰਬਰ ਵਾਲੇ ਆਪਣੀ ਮਨਾਉਂਦੇ ਸੀਗੇ ਜੀ। ਤੇ ਜਦੋਂ ਤੁਸੀਂ ਮੈਡੀਕਲ ਕਰਵਾਉਣ ਗਏ, ਮੈਡੀਕਲ ਤੁਹਾਡਾ ਕੀ ਹੋਇਆ ਸੀਗਾ? ਤੁਸੀਂ ਆਪ ਡਾਕਟਰ ਕੋਲ ਗਏ ਹੋ ਤੇ ਪੁਲਿਸ ਨਾਲ ਸੀਗੀ, ਤੇ ਕੀ ਮੈਡੀਕਲ ਕਰਵਾਇਆ ਉਹਨਾਂ ਨੇ? ਮੈਡੀਕਲ ਮੇਰਾ ਬਲੱਡ ਦਾ ਹੋਇਆ ਸੀਗਾ ਜੀ,
ਉਹਨਾਂ ਨੂੰ ਵੀ ਮੈਂ ਦੱਸਣ ਦੀ ਕੋਸ਼ਿਸ਼ ਕੀਤੀ, ਮੇਰੇ ਨਾਲ ਹੀ ਬਕਾਇਦਾ ਸਿਰ ਤੇ ਖੜੇ ਪਏ ਸੀਗੇ ਜੀ। ਉਹਨਾਂ ਨੇ ਕੋਈ ਕਹਿੰਦੇ ਮੈਡਮਾਂ ਨਾਲ ਗੱਲ ਨਹੀਂ ਕਰਨੀ, ਇੱਥੇ ਗੱਲ ਨਹੀਂ ਸੁਣਦੇ ਆ ਤਾਂ ਤੁਹਾਨੂੰ ਥਾਣੇ ਲੈ ਜਾ ਕੇ ਕੁੱਟਾਂਗੇ। ਮੈਡੀਕਲ ਉੱਥੇ ਜ਼ਰੂਰ ਹੋਏ ਆ। ਜਦੋਂ ਐਂਡ ਤੇ ਡਾਕਟਰ ਸਾਹਿਬ ਨਾਲ ਮੈਂ ਕਿਹਾ ਚੱਲ ਡਾਕਟਰ ਸਾਹਿਬ ਨਾਲ ਕਰੂੰਗਾ, ਮੈਂ ਇਕੱਲਾ ਹੀ ਬਹਿ ਕੇ ਸੋਚਦਾ ਸੀ। ਜਦੋਂ ਡਾਕਟਰ ਸਾਹਿਬ ਤੋਂ ਦੇਖਿਆ ਕਮਰੇ 'ਚ ਸਾਰੇ ਜਣੇ ਅਸੀਂ ਬਾਹਰ ਬਹਿ ਗਏ, ਅਸੀਂ ਕਿੰਨੀ ਦੇਰ ਵੇਟ ਕੀਤੀ ਮੁਲਾਜ਼ਮ ਸਾਹਿਬ ਦੇ ਨਾਲ। ਤਾਂ ਜਦੋਂ ਸਾਰੇ ਚੱਲ ਗਏ, ਡਾਕਟਰ ਸਾਹਿਬ ਇਕੱਲੇ ਹੋ ਗਏ, ਉਦੋਂ ਉਹਨਾਂ ਨੇ ਗੱਲ ਕੀਤੀ। ਮੈਂ ਉਦੋਂ ਪਹਿਲੇ ਉਹਨਾਂ ਨੇ ਮੁਲਾਜ਼ਮਾਂ ਨੇ ਗੱਲ ਕਰ ਲਈ ਉਹਨਾਂ ਨਾਲ। ਤਾਂ ਮੈਂ ਜਦੋਂ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇੱਕ ਮਿੰਟ ਮੇਰੀ ਸੱਟ ਮੈਂ ਦਿਖਾਉਣੀ ਤੁਹਾਨੂੰ। ਕਹਿੰਦਾ ਨਹੀਂ ਸੱਟ ਨਹੀਂ ਦਿਖਾਉਣੀ, ਤੁਸੀਂ ਬਸ ਲੈ ਜਾਓ। ਫਟਾਫਟ ਸਾਈਨ ਕੀਤੇ ਉਹਨਾਂ ਨੇ ਕਾਲੀ ਤੇ ਲੈ ਗਏ ਜੀ ਸਾਨੂੰ 5 ਵਜੇ ਜੀ। ਫਿਰ ਉਸ ਤੋਂ ਬਾਅਦ ਜੀ ਜੇਲ੍ਹ ਭੇਜਤਾ ਸਾਨੂੰ। ਜੇਲ੍ਹ ਜਾ ਕੇ ਵੀ ਜਦੋਂ ਮੁਲਾਜ਼ਾ ਹੋਇਆ ਉਹਨਾਂ ਨੂੰ ਵੀ ਮੈਂ ਕਿਹਾ ਸਰ ਜੀ ਮੇਰੇ ਇੱਦਾਂ ਸੱਟ ਲੱਗੀ। ਉਹ ਕਹਿੰਦੇ ਇੱਥੇ ਨਹੀਂ ਸੱਟਾਂ ਸੁੱਟਾਂ ਦੇਖੀਆਂ ਜਾਂਦੀਆਂ, ਇੱਥੇ ਆਰਾਮ ਨਾਲ ਰੋਟੀ ਖਾਓ ਜਿਹੜੀ ਮਿਲਦੀ ਹੈ, ਦਵਾਈਆਂ ਕੁਛ ਨਹੀਂ ਮਿਲਣੀਆਂ, ਇੱਥੇ ਨਹੀਂ ਸੁਣਨੀ, ਤੁਸੀਂ ਉੱਥੇ ਜੋ ਲਿਖਾਤਾ ਉਹੀ ਹੈ ਜੀ। ਹੁਣ ਮਤਲਬ ਜਦੋਂ ਸਾਨੂੰ ਤਾਂ ਮਤਲਬ ਸਾਡੇ ਸਾਥੀ ਕੁਝ ਜਿਹੜੇ ਮੀਡੀਆ ਵਾਲੇ ਗਏ ਸੀ ਉਹਨਾਂ ਤੋਂ ਵੀ ਇਹ ਪਤਾ ਲੱਗਾ ਸੀ ਕਿ ਚੋਰੀ ਦਾ ਮਾਮਲਾ ਹੈ, ਪਰ ਹੁਣ ਰੀਸੈਂਟਲੀ ਤੁਹਾਡੇ ਤੇ ਕਿਹੜਾ ਪਰਚਾ ਪਾਇਆ ਗਿਆ? ਕਿਸ ਪਰਚੇ ਦੇ ਤਹਿਤ ਜ਼ਮਾਨਤ ਤੇ ਬਾਹਰ ਆਏ ਹੋ? ਚੋਰੀ ਦਾ ਪਰਚਾ ਨਹੀਂ ਕੋਈ ਪਾਇਆ ਜੀ। ਕਹਿੰਦੇ ਸੀਗੇ 25 54 59 ਲਾਈ ਸੀਗੀ ਜੀ। ਉਹ ਅਸੀਂ ਉੱਥੋਂ ਜੇਲ੍ਹ 'ਚ ਜਾ ਕੇ ਪਤਾ ਕੀਤਾ, ਇੱਕ ਦੂਜੇ ਕੋਲ ਪੁੱਛਿਆ ਵੀ ਇਹ ਕਾਹਦੀ ਹੁੰਦੀ। ਉਹ ਕਹਿੰਦੇ ਅਸਲੇ ਦੀ ਹੁੰਦੀ ਆ। ਅਸਲਾ ਤਾਂ ਸਾਡੇ ਕੋਲ ਕੋਈ ਹੈ ਵੀ ਨਹੀਂ ਸੀਗਾ ਜੀ, ਇੱਕ ਦਾਤ ਸੀਗਾ ਜੀ। ਉਹ ਕਹਿੰਦੇ ਅਸੀਂ ਆਹ ਫੜਿਆ ਵਾ ਕੋਈ ਜਾਂ ਸਾਡੇ ਕੀਤਾ ਵਾ ਤਾਂ ਉਹ ਬਰਾਮਦ ਕਰੂਗੇ ਸ਼ਾਇਦ, ਤਾਂ ਪਤਾ ਨਹੀਂ ਜੀ ਸਾਨੂੰ। ਕਿਉਂ ਮਤਲਬ ਕਿ ਇਹਦੇ ਤੇ ਤੁਸੀਂ ਰੱਖਿਆ ਕਿਸੇ ਤੇ ਵਾਰ ਕੀਤਾ ਸੀ ਜਾਂ ਕੀ ਸੀ, ਕਿਸ ਮਕਸਦ ਤੇ ਲਿਖਿਆ ਉਹਨਾਂ ਨੇ ਆਪਣੇ ਤੇ ਲਿਖਤਾ ਜੀ, ਸਾਡੇ ਤੇ ਰੱਖਿਆ ਪੁਲਿਸ ਵਾਲਿਆਂ ਨੇ ਆਪਣੇ ਤੇ ਪਾ ਕੇ ਨਾ ਝੂਠਾ। ਜਦੋਂ ਸਾਡੇ ਘਰਦਿਆਂ ਨੇ ਹੰਗਾਮਾ ਕੀਤਾ, ਮੀਡੀਆ ਵਾਲਿਆਂ ਨੂੰ ਦੱਸਿਆ, ਉਹਨਾਂ ਨੇ ਹੈਲਪ ਸਾਡੀ ਬਹੁਤ ਕੀਤੀ, ਤਾਂ ਉਹਨਾਂ ਨੂੰ ਦੱਸਿਆ ਵਾ, ਤਾਂ ਘਰਦਿਆਂ ਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਸਾਡੇ ਤੇ ਰੱਖਿਆ ਜੀ। ਤੇ ਕਿਵੇਂ ਦੇਖਦੇ ਹੋ ਹੁਣ ਇਹ ਸਾਰੀਆਂ ਚੀਜ਼ਾਂ ਨੂੰ? ਕੀ ਲੱਗਦਾ ਕਿ ਕਦੇ ਤੁਸੀਂ ਮਤਲਬ ਜਦੋਂ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਜ਼ਮਾਨਤ ਦੇ ਤੌਰ ਤੇ ਬਾਹਰ ਆਇਆਂ ਨੂੰ? ਮੈਨੂੰ 2 ਦਿਨ ਹੋ ਗਏ ਜੀ। ਕਿ ਤੁਸੀਂ ਕੋਸ਼ਿਸ਼ ਕੀਤੀ ਕਿ ਕਿਸੇ ਉੱਚ ਅਧਿਕਾਰੀ ਦੇ ਨਾਲ ਗੱਲ ਸਾਂਝੀ ਕੀਤੀ ਜਾ ਸਕੇ, ਜਾਂ ਤੁਸੀਂ ਆਪਣੇ MC ਦੇ ਨਾਲ ਗੱਲ ਕੀਤੀ ਹੋਵੇ ਕਿ ਉਹ ਤੁਹਾਡਾ ਕੁਝ ਸਾਥ ਦੇ ਸਕੇ ਇਸ ਚੀਜ਼ 'ਚ? MC ਸਾਹਿਬ ਨਾਲ ਮੈਂ ਗੱਲ ਕੀਤੀ ਸੀਗੀ, ਉਹ ਨਹੀਂ ਮਿਲੇ, ਉਹ ਬਾਹਰ ਗਏ ਪਏ ਸੀ ਕਿਤੇ। ਮੈਂ 2 ਦਿਨ ਫਿਰ ਮੈਂ ਕਿਹਾ ਮੈਨੂੰ ਘਰਦਿਆਂ ਨੇ ਕਿਹਾ ਜਿੱਦਾਂ ਵੀ ਲੇਟ ਹੋ ਜਾਊਗਾ ਤੂੰ, ਵੀ ਤੈਨੂੰ ਗੱਲ ਕਰਨੀ ਚਾਹੀਦੀ। ਫਿਰ ਮੈਂ ਵੀਡੀਓ ਦੇਖੀ ਆ ਕੇ ਬਾਹਰ, ਜਿਹੜੀ 4 ਤਰੀਕ ਦੀ ਸੀਗੀ ਬਣਾਈ ਗਈ। ਉਹ ਫਿਰ ਮੈਂ ਉਹ ਭਾਜੀ ਉਹਨਾਂ ਨਾਲ ਗੱਲ ਕੀਤੀ, ਜਿਹੜੇ ਪ੍ਰੈਸ ਵਾਲੇ ਸੀਗੇ, ਰਵੀ ਗਿੱਲ ਜੀ, ਉਹਨਾਂ ਨਾਲ ਗੱਲ ਕੀਤੀ ਸੀਗੀ। ਤਾਂ ਉਹਨਾਂ ਨੇ ਫਿਰ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਲਿਆਂਦਾ। ਮੈਂ ਡਰਦਾ ਆਇਆ ਜੀ। ਤੁਸੀਂ ਜਿਵੇਂ ਡਰਦੇ ਪਏ ਸੀ, ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਮੈਨੂੰ ਡਰ ਲੱਗਦਾ ਪੁਲਿਸ ਤੋਂ, ਕਿ ਜੇ ਮੈਂ ਕੁਝ ਕੀਤਾ ਜਾਂ ਤਾਂ ਪੁਲਿਸ ਵੀ, ਕੋਰਟ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਕਿ ਪੁਲਿਸ ਮੇਰੇ ਮੋਢੇ ਫੜਦੀ ਸੀਗੀ, ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕੋਈ ਵੀ ਗੱਲ ਮੈਂ ਕਿਸੇ ਵੀ ਕਿਸਮ ਦੀ ਥਾਣੇ ਦੀ ਡਿਸਕਲੋਜ਼ ਨਾ ਕਰ ਦੇਵਾਂ। ਫਿਰ ਹੁਣ ਜੇ ਤੁਸੀਂ, ਹੁਣ ਤਾਂ ਸਾਰਾ ਮੀਡੀਆ ਜਦੋਂ ਤੁਹਾਡੀ ਗੱਲ ਹੀ ਕਰ ਰਿਹਾ, ਹੁਣ ਤਾਂ ਸਾਰੇ ਲੋਕਾਂ ਨੂੰ ਪਤਾ ਲੱਗੇਗਾ। ਜੇ ਹੁਣ ਪੁਲਿਸ ਟੌਰਚਰ ਕਰੇਗੀ ਜਾਂ ਕੁਝ ਕਰੇਗੀ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਉਹਨਾਂ ਨੂੰ ਜੀ ਬਸ ਜੇ ਮੈਂ ਗਲਤੀ ਕੀਤੀ ਤਾਂ ਫਿਰ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਜਦ ਕੋਈ ਗਲਤੀ ਕੀਤੀ ਨਹੀਂ, ਮੈਂ ਨਜਾਇਜ਼ ਜੇਲ੍ਹ ਵੀ ਕੱਟਿਆ ਹੈ ਜੀ, ਪਰਚਾ ਵੀ ਪਾਤਾ ਮੇਰੇ ਤੇ। ਫਿਰ ਮੈਂ ਜੇ ਚੋਰੀ ਦਾ ਕਹਿੰਦੇ ਸੀ, ਵੀ ਚੋਰੀ ਦਾ ਉਹਨਾਂ ਨੂੰ ਪਰਚਾ ਪਾਣੇ ਚਾਹੀਦਾ ਸੀ ਮੇਰੇ ਤੇ, ਫਿਰ ਚੋਰੀ ਦਾ ਕਿਉਂ ਨਹੀਂ ਪਾਇਆ ਉਹਨਾਂ ਨੇ ਪਰਚਾ ਜੀ ਮੇਰੇ ਤੇ? ਪਰਚਾ ਦੂਜਾ ਕਿਉਂ ਪਾਤਾ ਮੇਰੇ ਤੇ ਉਹਨਾਂ ਨੇ ਜੀ? ਇਹ ਗੱਲ ਤੁਸੀਂ ਉਹਨਾਂ ਨੂੰ ਨਹੀਂ ਕਹੀ ਸੀਗੀ ਜੀ ਮੈਂ ਉਹਨਾਂ ਨੂੰ। ਉਹ ਕਹਿੰਦੇ ਤੇਰੇ ਘਰਦਿਆਂ ਨੇ ਖੱਪ ਰੋਲਾ ਬਹੁਤ ਪਾਇਆ ਵਾ। ਜਿਹੜੇ ਦੂਜੇ ਮੁੰਡੇ 2 ਫੜੇ ਸੀ, ਉਹਨਾਂ ਦੀ ਮੰਮੀ ਨੇ ਵੀ, ਸਣੀ ਦੀ ਮੰਮੀ ਨੇ ਰੇਟ ਕਰਾਇਆ, ਉਹ ਮੇਰੇ ਨਾਲ ਨਹੀਂ ਸੀਗਾ, ਤਾਂ ਉਹਨਾਂ ਨੇ ਰੇਟ ਕਰਾਇਆ, ਉਹ ਵੀ ਬਦਲਾ ਲਿਆਤਾ ਜੀ। ਮੈਨੂੰ ਉਹਨਾਂ ਨਾਲ ਜੋੜਤਾ, ਪਰਚਾ ਸਾਡਾ ਤਿੰਨਾਂ ਦਾ ਇੱਕ ਹੀ ਬਣਾਤਾ ਜੀ। ਇਹ ਤੁਸੀਂ ਮੀਡੀਆ ਦੇ ਅੱਗੇ ਆ ਕੇ ਭੀਮਾ ਜੀ ਆਉਣ ਦੀ ਕੋਸ਼ਿਸ਼ ਕੀਤੀ, ਉਹ 2 ਕਿਉਂ ਨਹੀਂ ਆ ਰਹੇ? ਉਹਦਾ ਕੀ ਕਾਰਨ ਹੈ? ਉਹਨਾਂ ਦਾ ਜੀ ਮੈਨੂੰ ਨਹੀਂ ਪਤਾ ਕਿਉਂ ਨਹੀਂ ਆ ਰਹੇ। ਮੈਂ ਸੱਟਾਂ ਮੇਰੇ ਲੱਗੀਆਂ ਸੀ ਜ਼ਿਆਦਾ ਜੀ। ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਸੀ ਵੀ ਅਸੀਂ ਮੀਡੀਆ ਦੇ ਸਾਹਮਣੇ ਜਾਂਦੇ ਆ, ਜਾ ਕੇ ਸੱਚ ਬਿਆਨ ਕਰਦੇ ਆ ਵੀ ਅਸਲ 'ਚ ਥਾਣਿਆਂ 'ਚ ਹੁੰਦਾ ਕੀ ਹੈ। ਨਹੀਂ, ਉਹ ਮਿਲੇ ਨਹੀਂ ਮੈਨੂੰ ਕਰਦੇ ਉਹਨਾਂ ਦੇ, ਨਹੀਂ ਇੱਕ ਦੂਜਿਆਂ ਨੂੰ ਉਹ ਕਹਿੰਦੇ ਕਿਤੇ ਭੇਜਤਾ, ਉਹ ਦੂਜੇ ਨੂੰ ਕਹਿੰਦੇ ਉਹਨੂੰ ਲੁਧਿਆਣੇ ਭੇਜਤਾ, ਇੱਕ ਨੂੰ ਕਹਿੰਦੇ ਆਪਣੇ ਸਹੁਰਿਆਂ ਦੇ ਭੇਜਤਾ ਜੀ। ਮਿਲਿਆ ਸੀਗਾ ਮੈਂ ਉਹਨਾਂ ਨੂੰ, ਨਹੀਂ ਮਿਲੇ ਮੈਨੂੰ ਉਹ। ਹੁਣ ਕੀ ਕਹਿਣਾ ਚਾਹੁੰਦੇ, ਕੀ ਮੰਗ ਹੈ ਤੁਹਾਡੀ? ਮੰਗ ਇਹ ਹੈ ਜੀ, ਬਸ ਮੈਂ ਕਮਿਸ਼ਨਰ ਸਾਹਿਬ ਕੋ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੰਪਲੇਂਟ ਮੈਂ ਦੇਵਾਂਗਾ ਜਾ ਕੇ ਉਹਨਾਂ ਕੋਲ, ਜਿੱਦਾਂ ਮੈਡੀਕਲ ਆਪਣਾ ਕਰਾ ਕੇ ਦੇਵਾਂਗਾ, ਵੀ ਉਹ ਬਸ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੋ ਇਹਨਾਂ ਦੇ ਪੁਲਿਸ ਦੇ ਵਿੱਚ ਬਣਦੀ, ਉਹਨਾਂ ਨੂੰ ਸਜ਼ਾ ਜੋ ਦਿੱਤੀ ਜਾਂਦੀ ਹੁੰਦੀ ਹੈ, ਸਸਪੈਂਡ ਹੋਵੇ ਜਾਂ ਕੋਈ ਸਜ਼ਾ ਹੋਵੇ, ਜੇਲ੍ਹ ਜਾਣ ਜ਼ਿਆਦਾ ਕਰਨ, ਬਸ ਉਹ ਜੋ ਕਰਨਗੇ ਉਹ ਸਹੀ ਕਰਨਗੇ ਸਰ ਜੀ। ਤੁਸੀਂ ਕੋਸ਼ਿਸ਼ ਕਿਉਂ ਕੀਤੀ? ਤੁਸੀਂ ਕਿਉਂ ਸੋਚਿਆ ਵੀ ਮੈਨੂੰ ਮੀਡੀਆ ਦੇ ਸਾਹਮਣੇ ਜਾਣਾ ਚਾਹੀਦਾ? ਮੈਂ ਜੀ ਬਹੁਤ ਅੱਕ ਕੇ ਮੈਂ ਆਇਆ ਜੀ, ਬਹੁਤ ਮੇਰੇ ਨਾਲ ਪਹਿਲਾਂ ਵੀ ਕਾਫੀ ਕੁਝ ਹੁੰਦਾ ਰਿਹਾ। ਮੈਂ ਕਿਹਾ ਚਲੋ ਹਟ ਜੂਗੇ। ਕੌਂਸਲ ਸਾਹਿਬ ਨੇ ਵੀ ਲਿਖ ਕੇ ਦੇ ਦਿੱਤਾ ਸੀਗਾ, ਮੈਂ ਕਿਹਾ ਹੁਣ ਹਟ ਜੂਗੇ, ਪਰ ਨਹੀਂ ਹਟੇ ਜੀ। ਫਿਰ ਚੱਕ ਹੀ ਲਿਆ, ਮੈਨੂੰ ਅੱਕ ਕੇ। ਮੈਂ ਕੌਂਸਲ ਸਾਹਿਬ ਨੂੰ ਕਿਹਾ ਵੀ ਸੀ ਵੀ ਮੇਰੇ ਨਾਲ ਨਜਾਇਜ਼ ਹੋਇਆ ਨਹੀਂ, ਉਹ ਕਹਿੰਦੇ ਨਹੀਂ ਹੁੰਦੀ ਪੁੱਤ ਨਜਾਇਜ਼ ਤੇਰੇ ਨਾਲ ਜੀ। ਫਿਰ ਹੋ ਹੀ ਗਈ ਜੀ ਹੁਣ ਨਜਾਇਜ਼ ਜੀ। ਤੇ ਘਰਦਿਆਂ ਨੇ ਕਿਹਾ ਸੀ ਵੀ ਚਲੇ ਜਾਓ, ਦੱਸ ਦਿਓ ਜਾ ਕੇ ਸਾਰਾ ਮੀਡੀਆ? ਹਾਂਜੀ, ਕਹੇ ਘਰਦਿਆਂ ਨੇ ਦੱਸ ਦਿਓ ਜੀ ਜਾ ਕੇ ਜੀ। ਹੁਣ ਕੱਲ ਤੁਸੀਂ ਕਮਿਸ਼ਨਰ ਸਾਹਿਬ ਕੋਲ ਜਾਓਗੇ? ਹਾਂਜੀ, ਕੱਲ ਜਾਊਂਗਾ ਜੀ।
ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ 4 ਦੀ ਰਾਤ 4 ਜਨਵਰੀ ਨੂੰ ਅਸੀਂ ਜਾਂਦੇ ਹਾਂ ਐਸਐਚਓ ਸਾਹਿਬ ਦੇ ਕੋਲ ਥਾਣਾ 6 ਨੰਬਰ ਦੇ ਬਾਹਰ ਜਾ ਕੇ ਬੱਚੇ ਦੇ ਬਾਰੇ ਉਹਦੇ ਘਰ ਦੇ ਪੁੱਛਦੇ ਨੇ ਵੀ ਸਾਨੂੰ ਦੱਸ ਦਿਓ ਸਾਡੇ ਮੁੰਡੇ ਕਿੱਥੇ ਨੇ, ਪਰ ਉੱਥੇ ਦੇ ਥਾਣੇ ਦੇ ਪ੍ਰਭਾਰੀ ਵੱਲੋਂ ਦੱਸਿਆ ਨਹੀਂ ਜਾਂਦਾ। ਇਹ ਗੱਲ ਕਹੀ ਜਾਂਦੀ ਕਿ ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ ਬੱਚਾ ਲੱਭਣ ਦੇ ਲਈ, ਪਰ ਜਦੋਂ ਉਹਨਾਂ ਦੀ ਫੈਮਿਲੀ ਨੂੰ ਪਤਾ ਲੱਗਦਾ ਹੈ ਕਿ ਬੱਚੇ ਸਾਡੇ ਜੀਆਰਪੀ ਸਟੇਸ਼ਨ ਤੇ ਨੇ, ਤੇ ਜਦੋਂ ਉੱਥੇ ਜਾਂਦੇ ਨੇ ਤੇ ਉੱਥੇ ਦੀ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲ ਅੱਜ ਹੀ ਆਏ ਨੇ, ਜਦ ਕਿ ਥਾਣਾ 6 ਨੰਬਰ ਦੇ ਵਿੱਚ ਅੱਧਾ ਘੰਟਾ ਬੱਚਾ ਰਹਿੰਦਾ ਹੈ, ਉਹਨੂੰ ਟੌਰਚਰ ਕੀਤਾ ਜਾਂਦਾ, 3rd ਡਿਗਰੀ ਟੌਰਚਰ। ਫਿਰ ਕਿਸੇ ਵੀ ਥਾਣੇ ਕੋਲ ਰਾਈਟ ਨਹੀਂ ਹੈ ਕਿ ਉਹਦੇ ਬੋਡੀ ਦੇ ਉੱਤੇ ਨਿਸ਼ਾਨ ਦੇ ਦੇਣਾ ਕਿ ਥਾਣਾ ਨੰਬਰ 6। ਇਹ ਕਿਉਂ ਲਿਖਿਆ ਗਿਆ, ਕੀ ਕਾਰਨ ਨੇ? ਬਹੁਤ ਸਾਰੇ ਸਵਾਲ ਜਿਹੜੇ ਥਾਣਾ ਨੰਬਰ 6 ਦੇ ਲਈ ਵੀ ਬਣ ਰਹੇ ਨੇ ਤੇ ਜੀਆਰਪੀ ਲਈ ਵੀ ਬਣ ਰਹੇ ਨੇ, ਕਿਉਂਕਿ ਜੀਆਰਪੀ ਨੇ ਉਹਨਾਂ ਦਾ ਸਾਥ ਦਿੱਤਾ ਹੈ। ਤੇ ਜੀਆਰਪੀ ਇਹ ਗੱਲ ਕਿਉਂ ਝੁਠਲਾ ਰਹੀ ਹੈ ਕਿ ਬੱਚਿਆਂ ਨੂੰ ਉਸੇ ਦਿਨ 3 ਜਨਵਰੀ 2021 ਨੂੰ ਹੀ ਉੱਧਰ ਸ਼ਿਫਟ ਕਰ ਦਿੱਤਾ ਗਿਆ ਸੀਗਾ, ਫਿਰ ਉਹਨਾਂ ਦੇ ਘਰਦਿਆਂ ਨੂੰ ਕਿਉਂ ਕਿਹਾ ਜਾਂਦਾ ਹੈ ਕਿ 4 ਜਨਵਰੀ 2021 ਨੂੰ ਇਹਨਾਂ ਨੂੰ ਚੱਕਿਆ ਗਿਆ ਰਸਤੇ ਦੇ ਵਿੱਚੋਂ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪੀਮੇ ਨੇ ਆਪ ਬਿਆਨ ਕੀਤੀਆਂ। ਸੋ ਆਉਣ ਵਾਲਾ ਜਿਹੜਾ ਹੋਰ ਅਪਡੇਟ ਕੀ ਹੋਏਗੀ, ਇਹਨਾਂ ਦਾ ਭਵਿੱਖ ਕੀ ਹੋਏਗਾ, ਕਿ ਕਮਿਸ਼ਨਰ ਸਾਹਿਬ ਇਹਨਾਂ ਦੀ ਗੱਲ ਸੁਣਨਗੇ ਜਾਂ ਇਹਨਾਂ ਤੇ ਜਿਵੇਂ ਕਾਰਵਾਈ ਚੱਲ ਰਹੀ ਉਸੇ ਤਰ੍ਹਾਂ ਰਹੇਗੀ, ਜਾਂ ਪੁਲਿਸ ਹੋਰ ਕੀ ਐਕਸ਼ਨ ਕਰੇਗੀ, ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ। ਸੋ ਤੁਹਾਨੂੰ ਅਸੀਂ ਇਹ ਵੀ ਅਪਡੇਟ ਦਿੰਦੇ ਰਹਾਂਗੇ। ਉਨੀ ਦੇਰ ਲਈ ਮੈਨੂੰ, ਕੀਰਤੀ ਤੇ ਕੈਮਰਾਮੈਨ ਸ਼ੁਭਮ ਗਿੱਲ ਨੂੰ ਦਿਓ ਇਜਾਜ਼ਤ। ਧੰਨਵਾਦ।